ਅਮਰੀਕਾ 2013 ਵਿੱਚ ਕਿਸ ਤਰ੍ਹਾਂ ਪਹੁੰਚੇ ਸੀਗੇ? ਇੱਥੇ ਮੇਰਾ ਵਿਆਹ ਹੋਇਆ ਸੀ, ਆਨਲਾਈਨ ਮਿਲੇ। ਆਫਟਰ 3 years we decided to separate. ਉਸ ਟਾਈਮ struggle was intense. You have to learn from scratch. I was broken totally. ਬਿਲਕੁਲ ਛੋਟੀ ਜਿਹੀ ਜੌਬ ਸੀ, ਮਸਾ ਮੇਰਾ ਗੁਜ਼ਾਰਾ ਚੱਲਦਾ ਸੀ, ਰੈਂਟ ਦਾ ਮਸਾ ਖਾਣ ਨੂੰ 3 ਟਾਈਮ ਦੀ ਮੀਲ ਹੁੰਦਾ ਸੀ। ਬਿਨਾਂ ਇਨਵੈਸਟੀਗੇਟ ਕੀਤੇ ਕੁੜੀਆਂ ਦੇ ਵਿਆਹ ਬਾਹਰ ਹੋ ਰਹੇ ਨੇ ਜੋ ਟੁੱਟ ਵੀ ਰਹੀਆਂ ਨੇ, ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ? ਸਾਡਾ ਕਲਚਰ ਸਾਨੂੰ ਇਹੀ ਦਿਖਾਉਂਦਾ ਹੈ ਕਿ ਐਡਜਸਟ ਬੇਟਾ, ਐਡਜਸਟ, ਇਟਸ ਓਕੇ। ਜਦੋਂ ਤੁਹਾਨੂੰ ਲੱਗਦਾ ਹੈ ਕਿ ਨੋ ਦਿਸ ਇਜ਼ ਗੋਇੰਗ ਆਊਟ ਆਫ ਦ ਲਿਮਿਟ, ਟੇਕ ਦੈਟ ਸਟੈਪ। ਇਟਸ ਓਕੇ ਟੂ ਬੀ ਅਲੋਨ। ਤੁਹਾਨੂੰ ਲੱਗਿਆ ਕਿ ਇਹ ਔਖਾ ਹੈ ਜਾਂ ਟਾਈਮ ਟੂ ਟਾਈਮ ਆਪਣੇ ਆਪ ਸਿੱਖਦੇ ਚਲੇ ਗਏ? Obviously time ਲੱਗਦਾ ਹੈ, cultural shock ਲੱਗਿਆ। Life easy ਨਹੀਂ ਹੈ, ਬਸ ਆਪਣਾ focus ਰੱਖੋ। I took it as a challenge and I kept going. I was like, I'm not turning back. ਤੁਸੀਂ ਉਹਨਾਂ ਮਹਿਲਾਵਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ ਕਿ ਅਗਰ ਉਹਨਾਂ ਨੂੰ ਘਰ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਕਿੱਥੇ ਜਾਣ? ਤੁਸੀਂ ਆਪਣੇ ਆਪ ਨੂੰ ਕਲੈਕਟ ਕਰੋ ਤੇ ਹਿੰਮਤ ਨਾ ਹਾਰੋ। ਗੁਰਦੁਆਰਿਆਂ ਵਿੱਚ 5 ਕਮੇਟੀ ਬਣਾ ਸਕਣ ਤੇ ਕੁਝ ਔਰਤਾਂ ਨੂੰ ਪਾਈਏ, ਗਾਈਡੈਂਸ ਮਿਲ ਸਕਦੀ ਹੈ, ਆਪਣਾ ਗੁਬਾਰ ਕੱਢ ਸਕਦੇ ਤੇ ਉਹਨਾਂ ਨੂੰ ਗਾਈਡ ਕਰ ਸਕਦੇ ਨੇ ਵੀ ਤੁਸੀਂ ਕਿੱਥੋਂ ਸ਼ੁਰੂਆਤ ਕਰੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ। ਇੱਕ ਵਾਰ ਫੇਰ ਪ੍ਰੋਗਰਾਮ ਸਿੱਖ ਹਾਈ ਫਲਾਰ ਦੇ ਨਾਲ ਤੁਹਾਡੇ ਸਭ ਦੇ ਰੂਬਰੂ। ਜਿਵੇਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇੱਕ ਅਜਿਹੇ ਮਹਿਮਾਨ ਨਾਲ ਤੁਹਾਡੇ ਰੂਬਰੂ ਕੀਤਾ ਜਾਵੇ ਜੋ ਸਿੱਖ ਹੋਣ ਦੇ ਬਾਵਜੂਦ ਲਗਾਤਾਰ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿਸੇ ਨਾ ਕਿਸੇ ਆਪਣੇ ਇੱਕ ਮਹੱਤਵਪੂਰਨ ਫੀਲਡ ਵਿੱਚ। ਸੋ ਅੱਜ ਮੈਂ ਇਸ ਸਮੇਂ ਮੌਜੂਦ ਹਾਂ ਟੈਕਸਸ ਦੇ ਬੜੇ ਹੀ ਸੋਹਣੇ ਸ਼ਹਿਰ ਵਿੱਚ, ਸੈਨ ਐਂਟੋਨੀਓ, ਔਰ ਮੇਰਾ ਅੱਜ ਸਾਥ ਦੇ ਰਹੇ ਨੇ ਮੇਰੇ ਨਾਲ ਖਾਸ ਤੌਰ 'ਤੇ ਸਾਡੇ ਮਹਿਮਾਨ ਨੇ ਹਲੀਨ ਕੌਰ। ਹਲੀਨ, ਬਹੁਤ ਬਹੁਤ ਸਵਾਗਤ ਹੈ, ਥੈਂਕ ਯੂ ਫॉर योर टाइम। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਹਲੀਨ ਬਾਰੇ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ। ਤਕਰੀਬਨ 10 ਸਾਲਾਂ ਤੋਂ ਸੈਨ ਐਂਟੋਨੀਓ ਵਿੱਚ ਇੱਥੇ ਮੌਜੂਦ ਨੇ ਔਰ ਬੈਂਕਿੰਗ ਸੈਕਟਰ ਵਿੱਚ ਬਹੁਤ ਅੱਛਾ ਆਪਣਾ ਨਾਮ ਕਮਾਇਆ ਹੋਇਆ ਇਹਨਾਂ ਨੇ। ਇਹ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ। ਅਸੀਂ ਵੀ ਜ਼ਰੂਰ ਫਾਈਨੈਂਸ ਇਹਨਾਂ ਤੋਂ ਲੈ ਲਾਂਗੇ ਹੈਲਪ ਜਦੋਂ ਸਾਨੂੰ ਲੋੜ ਪੈਂਦੀ ਹੈ। ਅਤੇ ਹਲੀਨ, ਆਪਣਾ ਕਰੀਅਰ ਤੁਸੀਂ ਕਿੱਥੋਂ ਸ਼ੁਰੂ ਕੀਤਾ ਮੈਂ ਜ਼ਰੂਰ ਜਾਣਨਾ ਚਾਹਾਂਗਾ। ਕੀ ਤੁਸੀਂ ਬੈਕਗਰਾਊਂਡ ਤੁਹਾਡੀ ਬੈਂਕਿੰਗ ਸੈਕਟਰ ਨਾਲ ਹੀ ਜੁੜੀ ਹੋਈ ਹੈ? ਸ਼ੁਰੂ ਤੋਂ ਬੈਂਕਿੰਗ ਨਹੀਂ ਰਿਹਾ। ਮੈਂ ਐਕਚੁਅਲੀ ਸੈਨ ਐਂਟੋਨੀਓ 2013 ਵਿੱਚ ਆਈ। ਡੈਸਟਨੀ ਕਹਿ ਲਓ, ਬਾਬਾ ਜੀ ਨੇ ਚਾਹਿਆ ਕਿ ਤੁਸੀਂ ਇਸ ਧਰਤੀ 'ਤੇ ਕੰਮ ਕਰਨਾ ਹੈ ਅਤੇ I moved back in 2013 ਅਤੇ ਮੈਂ ਛੋਟੇ ਜਿਹੇ ਬੈਂਕ ਨਾਲ ਇੱਕ ਟੈਲਰ ਦੀ ਪੋਜੀਸ਼ਨ ਨਾਲ ਜੁਆਇਨਿੰਗ ਕੀਤੀ ਜੀ। ਉਹਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ। ਉਸ ਤੋਂ ਬਾਅਦ ਹੌਲੀ ਹੌਲੀ ਲੀਡ ਟੈਲਰ, ਸਰਵਿਸ ਮੈਨੇਜਰ ਦਾ ਰੋਲ ਕੀਤਾ ਇੱਕ ਵੱਖਰੇ ਬੈਂਕ ਦੇ ਨਾਲ। ਉਸ ਤੋਂ ਬਾਅਦ ਐਜ਼ ਅ ਬੈਂਕਰ 2 ਸਾਲ ਕੰਮ ਕੀਤਾ ਅਤੇ ਹੁਣ ਕਰੰਟਲੀ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਰੋਲ ਕਰ ਰਹੀ ਹਾਂ। ਓਕੇ, ਭਾਰਤ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਭਾਰਤ ਤੋਂ ਫਿਲਹਾਲ ਯੂ ਕੈਨ ਸੇ ਚੰਡੀਗੜ੍ਹ। ਵਾਓ। ਮੰਮੀ ਪਾਪਾ ਹਾਰਟ ਆਫ ਪੰਜਾਬ, ਹਾਰਟ ਆਫ ਹਰਿਆਣਾ। ਆਊਟ ਆਫ ਪੰਜਾਬ, ਪੰਜਾਬੀ ਰੂਟ ਵਿੱਚ ਹੈ ਅਤੇ ਹਰਿਆਣਾ ਵਿੱਚ ਮੈਂ ਪੈਦਾ ਹੋਈ ਸੀ ਯਮੁਨਾਨਗਰ ਵਿੱਚ। ਬਟ ਪੈਰੈਂਟਸ ਹੁਣ ਚੰਡੀਗੜ੍ਹ ਰਹਿੰਦੇ ਨੇ। ਮੰਮੀ ਪਾਪਾ, ਵੀਰ ਜੀ ਮੇਰੇ, ਦੇ ਲਵ ਇਟ ਦੇਅਰ। ਬਿਲਕੁਲ ਠੀਕ ਹੈ। ਸੋ ਚੰਡੀਗੜ੍ਹ ਯਾਨੀ ਕਿ ਪੰਜਾਬ ਅਤੇ ਹਰਿਆਣਾ ਦਾ ਜਿਹੜਾ ਦਿਲ ਹੈ, ਉੱਥੇ ਤੁਹਾਡਾ ਬਚਪਨ ਬੀਤਿਆ। ਔਰ ਅਮਰੀਕਾ 2013 ਵਿੱਚ ਕਿਸ ਤਰ੍ਹਾਂ ਪਹੁੰਚੇ ਸੀਗੇ? ਸਟੱਡੀ ਕਰਨ ਲਈ ਆਏ ਸੀ ਜਾਂ ਕਿਸ ਤਰ੍ਹਾਂ ਆਏ? ਅਮਰੀਕਾ ਕਿਸਮਤ ਲੈ ਕੇ ਆਈ। ਐਕਚੁਅਲੀ ਇੱਥੇ ਮੇਰਾ ਵਿਆਹ ਹੋਇਆ ਸੀ ਅਤੇ ਮੁੰਡਾ ਇੱਥੋਂ ਦਾ ਹੈਗਾ ਸੀ। ਆਨਲਾਈਨ ਮਿਲੇ, ਪੈਰੈਂਟਸ ਨੇ ਦੇਖਿਆ, ਸਭ ਕੁਝ ਠੀਕ ਠਾਕ ਲੱਗਿਆ। ਕੁਝ ਸਾਲ ਠੀਕ ਚੱਲਿਆ ਬਟ ਉਸ ਤੋਂ ਬਾਅਦ ਲੱਗਿਆ ਕਿ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਅੱਗੇ ਨਹੀਂ ਚੱਲ ਸਕਦਾ। ਘਰ ਦੀ ਕਹਾਣੀ ਹੈਗੀ ਹੈ ਬਟ ਆਫਟਰ 3 years, 3.5 years we decided to separate। ਅਤੇ ਉਸ ਟਾਈਮ ਮੇਰੇ ਕੋਲ ਵਰਡਸ ਨਹੀਂ ਨੇ ਬਟ struggle was intense। the reason I say that, ਜਦੋਂ ਤੁਸੀਂ ਕਿਸੇ ਦੂਸਰੇ ਮੁਲਕ ਤੋਂ ਆਉਂਦੇ ਹੋ, ਬਿਲਕੁਲ ਪਰਾਏ ਮੁਲਕ, ਜਦੋਂ ਤੁਹਾਨੂੰ ਕੁਛ ਨਹੀਂ ਪਤਾ, ਤੁਸੀਂ ਕਿਸੇ ਬੰਦੇ 'ਤੇ ਡਿਪੈਂਡੈਂਟ ਰਹਿੰਦੇ ਹੋ 24 ਘੰਟੇ। ਤੁਸੀਂ everything you have to learn from scratch। ਅਤੇ ਜਦੋਂ ਇਹ ਹਾਦਸਾ ਹੋਇਆ, ਜਦੋਂ I got separated, I was broken totally। ਬਟ ਬਾਬਾ ਜੀ ਦਾ ਸਾਰਾ ਸੀਗਾ
अपने आप ਨੂੰ ਇਕੱਠਾ ਕੀਤਾ, ਆਪਣੇ ਆਪ ਨੂੰ ਚੈਲੰਜ ਦਿੱਤਾ। ਮਾਂ ਪਿਓ ਨੇ ਬਹੁਤ ਬੋਲਿਆ ਵੀ ਲੈਟਸ ਗੋ ਹੋਮ, ਯੂ نو देयर इज नथिंग हियर, ਕਿ ਵਾਪਸ ਆ ਜਾਓ, ਇੰਡੀਆ ਵਾਪਸ ਆ ਜਾਓ, ਅਸੀਂ ਬੈਠੇ ਆ, ਕੋਈ ਗੱਲ ਨਹੀਂ, ਤੁਸੀਂ ਆਓ। ਪਰ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਚਲੋ ਪੜ੍ਹੇ ਲਿਖੇ ਤਾਂ ਅਸੀਂ ਹੈਗੇ ਹੀ ਸੀ, ਤੇ ਯੂ نو ਛੋਟੀ ਜਿਹੀ ਜੌਬ ਵੀ ਸੀ, ਜਦੋਂ ਮੈਂ ਦੱਸਿਆ ਕਿ ਟੈਲਰ ਤੋਂ ਸ਼ੁਰੂਆਤ ਕੀਤੀ ਸੀ ਇੱਕ ਬੈਂਕ ਦੇ ਨਾਲ। ਤੇ I took it as a challenge and I kept going. I was like, I'm not turning back. ਜੇ ਬਾਬਾ ਜੀ ਮੈਨੂੰ ਇੱਥੇ ਲੈ ਕੇ ਆਏ ਨੇ ਤੇ I will continue to do that. So ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਸੈਪਰੇਟ ਕਿਹੜੇ ਈਅਰ 'ਚ ਹੋਏ ਸੀ? 2016 'ਚ, ਯਾਨੀ ਕਿ 2013 ਤੋਂ ਲੈ ਕੇ 2016 ਤੱਕ ਦਾ ਸਫ਼ਰ ਜਿਹੜਾ ਹੈ 3-4 ਸਾਲਾਂ ਦਾ ਸਫ਼ਰ ਸੀ, ਇਹ ਵਿਆਹ ਦੇ ਦਰਮਿਆਨ ਹੀ ਗੁਜ਼ਰਿਆ। ਪਰ ਉਸ ਸਮੇਂ ਕਹਿ ਲਓ ਕਿ ਤੁਸੀਂ ਬਹੁਤ ਛੋਟੀ ਜੌਬ, ਤੁਸੀਂ ਕਹਿ ਰਹੇ ਹੋ ਕਿ ਬਹੁਤ ਛੋਟੀ ਜਿਹੀ ਜੌਬ ਸ਼ੁਰੂ ਕੀਤੀ, ਯਾਨੀ ਕਿ ਬੈਂਕਿੰਗ ਸੈਕਟਰ ਵਿੱਚ ਜਿਹੜਾ ਤੁਹਾਡਾ ਮੇਨ ਰੋਲ ਸ਼ੁਰੂ ਹੋਇਆ 2016 ਤੋਂ ਬਾਅਦ ਸ਼ੁਰੂ ਹੋਇਆ? ਯੈਸ, 2016 'ਚ ਮੇਨ ਰੋਲ 2016 ਸ਼ੁਰੂ ਹੋਇਆ, ਬਟ ਬੈਂਕਿੰਗ ਜੌਬ ਮੈਂ 2014 ਤੋਂ ਕਰ ਰਹੀ ਸੀ। ਜੀ, ਕਿਉਂਕਿ ਮੈਂ ਗੱਲਾਂ ਜਦੋਂ ਤੁਹਾਡੀਆਂ ਸੁਣ ਰਿਹਾ, ਮੈਨੂੰ ਲੱਗ ਰਿਹਾ ਕਿ ਇਹ ਬਹੁਤ ਜ਼ਿਆਦਾ ਦਿਲ ਨੂੰ ਛੂਹਣ ਵਾਲਾ ਇੰਟਰਵਿਊ ਬਣੇਗਾ। ਕਿਤੇ ਨਾ ਕਿਤੇ ਜ਼ਰੂਰ ਤੌਰ 'ਤੇ ਜਾਣਨਾ ਚਾਹਾਂਗੇ, ਕਿਉਂਕਿ ਤੁਸੀਂ ਇੱਕ ਐਸੀ ਮਹਿਲਾ ਉੱਭਰ ਕੇ ਸਾਹਮਣੇ ਆਇਆ ਸੀ, ਕੁੜੀ ਉੱਭਰ ਕੇ ਸਾਹਮਣੇ ਆਇਆ ਜਿਸ ਨਾਲ ਹਾਦਸੇ ਪੇਸ਼ ਆਏ ਨੇ। ਲਗਾਤਾਰ ਪੇਰੈਂਟਸ ਬਿਨਾਂ ਇਨਵੈਸਟੀਗੇਟ ਕੀਤੇ ਕੁੜੀਆਂ ਦਾ ਵਿਆਹ ਕਰ ਦਿੰਦੇ ਨੇ ਬਾਹਰ, ਇਹ ਸੋਚ ਕੇ ਕਿ ਕੁੜੀ ਸਾਡੇ ਪੰਜਾਬ ਤੋਂ, ਭਾਰਤ ਤੋਂ ਬਾਹਰ ਜਾਏਗੀ, ਉੱਥੇ ਜਾ ਕੇ ਇੱਕ ਨਵੇਂ ਮੁਲਕ ਵਿੱਚ ਉਹਦੇ ਅੱਗੇ ਪਰਿਵਾਰ ਹੋਏਗਾ ਤਾਂ ਇੱਕ ਅੱਛਾ ਸੈਟਲ ਪਰਿਵਾਰ ਹੋਏਗਾ। ਐਸੀਆਂ ਕੀ ਕੰਡੀਸ਼ਨਸ ਹੋ ਜਾਂਦੀਆਂ ਤੁਹਾਨੂੰ ਲੱਗਦਾ ਹੈ ਕਿ ਜਾਂ ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਲਗਾਤਾਰ ਅੱਜ ਵੀ ਕੁੜੀਆਂ ਦੇ ਵਿਆਹ ਬਾਹਰ ਹੋ ਰਹੇ ਨੇ, ਪਰ ਬਹੁਤ ਸਾਰੀਆਂ ਫੈਮਲੀਜ਼ ਨੇ ਜੋ ਟੁੱਟ ਵੀ ਰਹੀਆਂ ਨੇ, ਪਰ ਬਹੁਤ ਸਾਰੀਆਂ ਐਸੀ ਫੈਮਲੀਜ਼ ਨੇ ਜੋ ਬਹੁਤ ਅੱਛੀਆਂ ਸੈਟਲਡ ਵੀ ਨੇ। ਰਾਈਟ, ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਧੀਆਂ, ਉਹਨਾਂ ਭੈਣਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਦੇਖੋ, ਜਿਹੜੀ ਡੈਸਟਨੀ ਹੈ ਉਹ ਬਾਬਾ ਜੀ ਲਿਖਦੇ ਨੇ, ਉੱਪਰ ਵਾਲਾ ਲਿਖਦਾ ਨੇ, ਕਿਸੇ ਦੇ ਹੱਥ ਵਿੱਚ ਨਹੀਂ ਹੈ, ਤੁਹਾਡੇ ਹੱਥ ਵਿੱਚ ਨਹੀਂ ਹੈ ਕਿ ਤੁਹਾਡਾ ਪਾਰਟਨਰ ਕਿਵੇਂ ਜਿਹਾ ਹੋਏਗਾ, ਤੁਹਾਨੂੰ ਨਹੀਂ ਪਤਾ। ਜੇ ਪਤਾ ਹੁੰਦਾ ਅਸੀਂ ਸਾਰੇ ਖੁਸ਼ ਹੁੰਦੇ, ਬਟ ਜਦੋਂ ਉਹ ਮੌਕਾ ਆ ਜਾਂਦਾ ਹੈ, ਜਦੋਂ ਇਹ ਸਟੈਪ ਤੁਹਾਨੂੰ ਲੈਣਾ ਪੈਂਦਾ ਹੈ, ਜਿਹੜੇ ਆਪਣੇ ਕੰਫਰਟ ਜ਼ੋਨ ਤੋਂ, ਜਾਂ ਸੋਚ ਕੇ ਨਹੀਂ ਮੈਂ ਇਫ ਆਈ ਸਟੈਪ ਆਊਟ ਆਫ ਦਾ ਹਾਊਸ ਮੈਂ ਨਹੀਂ ਜੀ ਸਕਦੀ, ਮੈਂ ਨਹੀਂ ਇੰਡੀਪੈਂਡੈਂਟ ਬਣ ਸਕਦੀ। ਗਿਵ ਯੋਰਸੈਲਫ ਅ ਚਾਂਸ, ਟਰਸਟ ਰੱਖੋ, ਯੂ نو ਆਪਣੇ 'ਤੇ ਪੂਰਾ ਟਰਸਟ ਰੱਖੋ ਕਿ ਯੂ ਕੈਨ ਡੂ ਇਟ, ਯੂ نو ਬੇਸ਼ੱਕ ਦੁਨੀਆ ਤੁਹਾਡੇ ਅਗੇਂਸਟ ਹੋ, ਹਾਲਾਤ ਤੁਹਾਡੇ ਅਗੇਂਸਟ, ਤੁਹਾਨੂੰ ਲੱਗੇ ਕਿ ਨਹੀਂ ਹੈ ਬੈਸਟ ਮੂਵ ਨਹੀਂ ਹੈ ਕਿ ਮੈਂ ਬਸ ਇਸੇ ਵਿੱਚ ਯੂ نو ਇਸੀ ਜ਼ਿੰਦਗੀ 'ਚ ਰਹਿਣਾ। ਜਿਵੇਂ ਸਾਡਾ ਕਲਚਰ ਹੈਗਾ, ਸਾਡਾ ਕਲਚਰ ਸਾਨੂੰ ਇਹੀ ਦਿਖਾਉਂਦਾ ਹੈ ਕਿ ਐਡਜਸਟ ਬੇਟਾ, ਐਡਜਸਟ, ਇਟਸ ਓਕੇ, ਐਡਜਸਟ। ਬੇਸ਼ੱਕ ਤੁਹਾਡਾ ਬੱਚਾ ਰੋ ਰਿਹਾ ਹੈ, ਮਾਵਾਂ ਮੋਸਟਲੀ ਇਹੀ ਸਮਝਾਉਂਦੀਆਂ ਐਡਜਸਟਮੈਂਟ ਹੈ, ਲਾਈਫ ਹੈ, ਇਹ ਕਲਚਰ ਹੈ ਸਾਡਾ, ਵਿਚ ਇਜ਼ ਫਾਈਨ। ਅਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਬਟ ਜਦੋਂ ਤੁਹਾਨੂੰ ਲੱਗਦਾ ਹੈ ਕਿ ਨੋ ਦਿਸ ਇਜ਼ ਗੋਇੰਗ ਆਊਟ ਆਫ ਦ ਲਿਮਿਟ, ਜੀ, take that step. It's okay to be alone, it's okay to learn, it's okay, you know। ਮੈਨੂੰ ਇੱਦਾਂ ਲੱਗਦਾ ਹੈ ਕਿ ਸਾਡੀ ਜਿਹੜਾ ਕਲਚਰ ਬੈਕ ਇੰਡੀਆ 'ਚ ਹੈਗਾ, ਸਪੈਸ਼ਲੀ ਕੁੜੀਆਂ ਵਾਸਤੇ, ਯੂ نو ਮੇਕ ਸ਼ੋਰ ਕਿ ਤੁਸੀਂ ਉਹ ਐਜੂਕੇਸ਼ਨ ਲੈ ਰਹੇ ਹੋ ਜੋ ਤੁਹਾਨੂੰ ਅੱਗੇ ਜਾ ਕੇ ਕੰਮ ਆ ਸਕਦੀ ਹੈ। ਠੀਕ ਹੈ, ਆਪਣਾ ਐਗਜ਼ਾਮਪਲ ਦੇਵਾਂ, ਠੀਕ ਹੈ, ਮੇਰੀ ਬਿਲਕੁਲ ਛੋਟੀ ਜਿਹੀ ਜੌਬ ਸੀ, ਮਸਾਂ ਮੇਰਾ ਗੁਜ਼ਾਰਾ ਚੱਲਦਾ ਸੀ, ਰੈਂਟ ਦਾ, ਮਸਾਂ ਖਾਣ ਨੂੰ ਯੂ نو 3 ਟਾਈਮਸ ਮੀਲ ਹੁੰਦਾ ਸੀ, ਬਟ ਮੈਨੂੰ ਜਿਹੜੀ ਓਪਰਚੁਨਿਟੀ ਬਾਬਾ ਜੀ ਨੇ ਦਿੱਤੀ ਮੇਰੇ ਸਾਹਮਣੇ, ਲਾਈਕ ਇਟ ਕੁਡ ਬੀ ਓਕੇ ਯੂ ਵਾਂਟ ਐਕਸਟਰਾ ਲਾਇਸੈਂਸਿੰਗ, ਤੁਸੀਂ ਪੜ੍ਹਨਾ ਹੈਗਾ, ਤੁਹਾਨੂੰ ਓਪਰਚੁਨਿਟੀ ਹੈ, ਹਾਊ ਡੂ ਯੂ ਗਰੋ। ਮਤਲਬ ਮੈਂ ਆਪਣਾ ਜਿਹੜਾ ਫੋਕਸ ਐਜੂਕੇਸ਼ਨ ਤੇ ਕੰਮ ਤੇ ਰੱਖਿਆ, ਤੇ obviously ਹਰ ਚੀਜ਼, ਕਿਸੇ ਚੀਜ਼ ਦਾ ਸ਼ਾਰਟਕਟ ਨਹੀਂ ਹੁੰਦਾ। ਪੇਰੈਂਟਸ ਅੱਜ ਵੀ ਤੁਹਾਡੇ ਨਾਲ ਨਹੀਂ ਹੈ, ਉਹ ਅੱਜ ਵੀ ਚੰਡੀਗੜ੍ਹ ਵਿੱਚ ਹੈ ਜਿਵੇਂ ਤੁਸੀਂ ਦੱਸਿਆ, ਲੇਕਿਨ ਕਿਤੇ ਨਾ ਕਿਤੇ ਇਕੱਲੀ ਜ਼ਿੰਦਗੀ ਬਿਤਾਉਣੀ ਕਹਿਣਾ ਬਹੁਤ ਸੌਖਾ ਹੈ, ਲੇਕਿਨ ਬਿਤਾਉਣੀ ਬਹੁਤ ਔਖੀ ਹੈ। ਬਟ ਅਗਰ ਤੁਸੀਂ ਕਿਸੇ ਪਰਾਏ ਮੁਲਕ ਵਿੱਚ ਹੋ, ਇੱਥੋਂ ਦਾ ਕਲਚਰ ਸਮਝਣਾ, ਇੱਥੋਂ ਦੇ ਰੀਤੀ ਰਿਵਾਜ ਸਮਝਣਾ, ਲੋਕਾਂ ਦੇ ਬੋਲੀ ਸਮਝਣਾ ਬੜਾ ਔਖਾ ਤੁਹਾਨੂੰ ਲੱਗਿਆ ਕਿ ਇਹ ਔਖਾ ਹੈ, ਜਾਂ ਟਾਈਮ ਟੂ ਟਾਈਮ ਆਪਣੇ ਆਪ ਸਿੱਖਦੇ ਚਲੇ ਗਏ? ਕਲਚਰਲ ਸ਼ੌਕ ਤਾਂ ਦੇਖੋ ਹੁੰਦਾ ਹੈ, ਕਿਸੇ ਜੇ ਕੋਈ ਗੋਰਾ ਇੰਡੀਆ ਜਾਏ ਉਹਨੂੰ ਲੱਗੇਗਾ obviously it's different culture, you know, different people, different language, same thing for us, you know। obviously time ਲੱਗਦਾ ਹੈ, cultural shock ਲੱਗਿਆ, but ਹੌਲੀ ਹੌਲੀ you know ਜਦੋਂ ਤੁਸੀਂ ਕੁਝ ਅੱਛੇ ਲੋਕਾਂ ਨੂੰ ਮਿਲਦੇ ਹੋ, ਥੋੜਾ ਐਜੂਕੇਸ਼ਨ ਲੈਂਦੇ ਹੋ, ਥੋੜਾ ਗਰੁੱਪ ਬਣਦਾ, ਤੁਹਾਡਾ ਸਰਕਲ ਬਣਦਾ, ਯੂ ਨੋ ਜੇ ਫੋਕਸ ਠੀਕ ਹੋਵੇ ਤੇ ਸੰਗਤੀ ਠੀਕ ਹੋਵੇ, ਸੋ ਯੂ ਕੈਨ ਲਰਨ। it could be a challenge, life easy नहीं है, but बस अपना focus रखो, so you can go long way। so 2016 ਤੋਂ ਲੈ ਕੇ 2022 ਯਾਨੀ ਕਿ 6 ਸਾਲ ਜਿਹੜੇ ਤੁਸੀਂ ਸ਼ੁਰੂਆਤ ਤੋਂ 10 ਸਾਲਾਂ ਦੀ ਅਸੀਂ ਗੱਲ ਕੀਤੀ ਸੀ, ਤਕਰੀਬਨ 6 ਸਾਲ ਜਿਹੜੇ ਮੇਨ ਤੁਹਾਡੇ ਰਹੇ ਨੇ ਬੈਂਕਿੰਗ ਸੈਕਟਰ ਵਿੱਚ, ਭਾਵੇਂ ਤੁਸੀਂ ਪਹਿਲਾਂ ਇੱਕ ਛੋਟੇ ਅਹੁਦੇ ਤੋਂ ਆਪਣੀ ਜੌਬ ਸ਼ੁਰੂ ਕੀਤੀ। ਇਹਨਾਂ 6 ਸਾਲਾਂ ਵਿੱਚ ਤੁਸੀਂ ਕਿੰਨਾ ਕੁ ਫਰਕ ਦੇਖਿਆ ਤੁਹਾਡੀ ਜ਼ਿੰਦਗੀ ਜਦੋਂ ਇਨ-ਲॉज ਨੇ ਤੋਂ ਤੁਸੀਂ ਵੱਖਰੇ ਹੋਏ, ਕਿੰਨੀ ਕੁ ਜ਼ਿੰਦਗੀ ਬਦਲੀ ਇਹਨਾਂ 6 ਸਾਲਾਂ ਵਿੱਚ?
बहुत 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 बदली हैगी है। रीज़न आई से दैट कि जिवें मैं पहले मैंशन किया, यूजली ਜਦੋਂ ਕੋਈ ਵੀ ਕੁੜੀ ਬਾਹਰੋਂ ਆਉਂਦੀ ਹੈ ਜਿਸ ਨੂੰ ਕੁਛ ਨਹੀਂ ਪਤਾ, ABC ਨਹੀਂ ਪਤਾ ਕਿਸੇ ਦੂਸਰੀ ਕੰਟਰੀ ਦਾ, ਉਹਨੂੰ ਸਭ ਕੁਝ ਸਟਾਰਟਿੰਗ ਤੋਂ ਸਿੱਖਣਾ ਪੈਂਦਾ ਹੈ। ਇੰਗਲਿਸ਼ ਜਿੱਦਾਂ ਦੀ ਇੱਥੇ ਦੀ ਮੇਨ ਲੈਂਗੁਏਜ ਹੈਗੀ ਹੈ, ਉਹ ਵੀ ਇੱਕ ਚੈਲੰਜ ਹੁੰਦਾ ਹੈ ਮੋਸਟਲੀ ਲੋਕਾਂ ਲਈ। ਮੈਂ ਥੋੜੀ ਲੱਕੀ ਰਹਿ ਗਈ, ਪੈਰੈਂਟਸ ਮੇਰੇ ਥੋੜੇ ਐਜੂਕੇਟਡ ਸਨ, ਥੋੜੇ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਾਤਾ। ਕਈ ਪੰਜਾਬੀ ਮੀਡੀਅਮ ਵੀ ਹੁੰਦੇ ਨੇ, ਹਿੰਦੀ ਮੀਡੀਅਮ ਵੀ ਹੁੰਦੇ ਨੇ, ਜਿਹਨਾਂ ਦਾ ਸਟਰਗਲ ਪਹਿਲੇ ਉੱਥੋਂ ਹੀ ਸ਼ੁਰੂ ਹੁੰਦਾ ਹੈ, ਬਾਣੀ ਤੋਂ। ਹਾਊ ਵੁੱਡ ਯੂ ਕਮਿਊਨੀਕੇਟ ਵਿਦ ਸਮਵਨ ਐਲਸ? ਬਿਲਕੁਲ ਮੇਰੇ ਕੋਲ ਇਹ ਪ੍ਰਿਵਿਲੇਜ ਹੈਗਾ ਸੀਗਾ। ਹਾਲਾਂਕਿ ਇੰਗਲਿਸ਼ ਮੇਰੀ ਫਸਟ ਲੈਂਗੁਏਜ ਨਹੀਂ ਹੈ, ਬਟ ਚਲੋ ਬਚਪਨ 'ਚ ਸਿੱਖੀ, ਕੰਮ ਆ ਗਈ। ਤਾਂ ਹੀ ਮੈਂ ਕਹਿੰਦੀ ਸੀ ਕਿ ਐਜੂਕੇਸ਼ਨ ਜਦੋਂ ਮਿਲਦੀ, ਜਿੱਥੇ ਮਿਲਦੀ ਹੈ, ਉਹ ਤੁਸੀਂ ਆਪਣਾ ਚਾਂਸ ਲੈ ਕੇ ਚੱਲੋ। ਰਾਈਟ। ਅਤੇ ਇਹੀ ਬੋਲਾਂਗੀ ਕਿ ਤੁਸੀਂ ਬਸ ਫੋਕਸ ਰੱਖੋ। ਬਿਲਕੁਲ ਠੀਕ ਹੈ। ਬਟ ਬੈਂਕਿੰਗ ਸੈਕਟਰ ਵਿੱਚ ਅੱਜ ਜਿਸ ਮੁਕਾਮ 'ਤੇ ਤੁਸੀਂ ਪਹੁੰਚੇ ਹੋ, ਕਿੰਨਾ ਮੁਸ਼ਕਿਲ ਹੈ ਇੱਕ ਆਮ ਔਰਤ ਦੇ ਲਈ ਜਾਂ ਇੱਕ ਮੇਲ ਪਰਸਨ ਦੇ ਲਈ? ਕਿਉਂਕਿ ਇੱਥੋਂ ਦਾ ਬੈਂਕਿੰਗ ਸੈਕਟਰ ਔਰ ਭਾਰਤ ਦਾ ਬੈਂਕਿੰਗ ਸੈਕਟਰ ਦੀ ਗੱਲ ਕਰੀਏ ਤਾਂ ਦਿਨ ਰਾਤ ਦਾ ਫਰਕ ਹੈ। ਬਿਲਕੁਲ ਸਹੀ ਬੋਲਿਆ। ਬੈਂਕਿੰਗ ਇੰਡੀਆ ਵਿੱਚ ਇੱਕ ਹਵਾ ਜਾਬ ਲੱਗਦੀ ਹੈ ਮੈਨੂੰ, ਜਿਵੇਂ ਕਿ ਓ ਯੂ ਵਰਕ ਫॉर ਅ ਬੈਂਕ, ਰਾਈਟ? ਇਟਸ ਅ ਬਿਗ। ਇੱਥੇ ਵੀ ਉਸ ਤਰ੍ਹਾਂ ਦੀ ਹੀ ਰਿਸਪੈਕਟ ਹੈ, ਪਰ ਇੱਥੇ ਕੋਈ ਵੀ ਆਮ ਬੰਦਾ ਜਾ ਕੇ ਇੱਕ ਛੋਟੇ ਜਿਹੇ ਅਹੁਦੇ ਨਾਲ, ਟੈਲਰ ਨਾਲ ਸ਼ੁਰੂ ਕਰ ਸਕਦਾ ਹੈ ਆਪਣਾ, ਇੱਕ ਨਾ ਗੈਟ ਯੂਰ ਫੁੱਟ ਇਨ ਦ ਕੰਪਨੀ, ਉਸ ਤਰ੍ਹਾਂ ਦੀ ਚੀਜ਼ ਲਾਈਕ ਈਜ਼ੀਲੀ ਤੁਸੀਂ ਕਰ ਸਕਦੇ ਹੋ। ਪਰ ਜੇ ਤੁਹਾਡੇ ਵਿੱਚ ਹੁਨਰ ਹੈ, ਤੁਹਾਡੇ ਵਿੱਚ ਉਹ ਕਹਿੰਦੇ ਨੇ ਨਾ ਜ਼ੀਲ ਹੈਗੀ ਹੈ ਕੁਝ ਕਰਨ ਦੀ ਲਾਈਫ 'ਚ, ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਐਜ਼ ਫਾਰ ਐਜ਼ ਚੇਂਜਿਸ ਜਿਵੇਂ ਮੈਂ ਬੋਲਾਂ, ਓਬਵੀਅਸਲੀ 10 ਸਾਲ ਬਾਅਦ ਬੈਂਕਿੰਗ ਥੋੜ੍ਹੀ ਡਿਫਰੈਂਟ ਸੀ। ਇਨ ਪਰਸਨ ਇੰਟਰੈਕਸ਼ਨਸ ਜ਼ਿਆਦਾ ਹੁੰਦੀਆਂ ਸਨ, ਜਿੱਦਾਂ ਲੋਕੀ ਬੈਂਕ 'ਚ ਜਾ ਕੇ ਕਿਸੇ ਬੈਂਕਰ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲਾਂ ਕਰਦੇ ਸਨ। 10 ਸਾਲ ਬਾਅਦ ਦੇਖੀਏ ਹੁਣ ਮੋਬਾਈਲ ਬੈਂਕਿੰਗ ਆ ਗਈ ਹੈ, ਔਨਲਾਈਨ ਬੈਂਕਿੰਗ ਆ ਗਈ ਹੈ, ਟੈਲੀਫੋਨ ਬੈਂਕਿੰਗ ਆ ਗਈ, ਬੰਦੇ ਉਹ ਪ੍ਰੈਫਰੈਂਸ ਜ਼ਿਆਦਾ ਕਰਦੇ ਨੇ। ਡੈਫੀਨੇਟਲੀ ਦੇयर ਆਰ ਬਿਗ ਚੇਂਜਿਸ ਨਾਓ। ਅਸੀਂ ਜਦੋਂ ਫਾਈਨੈਂਸ਼ੀਅਲ ਐਡਵਾਈਜ਼ਰ ਟਰਮ ਦੀ ਗੱਲ ਕਰਦੇ ਹਾਂ, ਸਾਫ਼ ਸਾਨੂੰ ਸੁਣਾਈ ਦਿੰਦਾ ਕਿ ਹਾਂ ਇਹ ਸਿਰਫ ਤੁਸੀਂ ਐਡਵਾਈਜ਼ ਕਰਦੇ ਹੋ ਲੋਕਾਂ ਨੂੰ ਕਿ ਹਾਂ ਪੈਸਾ ਕਿੱਥੇ ਇਨਵੈਸਟ ਕਰ ਸਕਦੇ ਹਾਂ। ਕੀ ਇੱਥੇ ਤੱਕ ਹੀ ਸੀਮਤ ਹੋ ਜਾਂਦਾ ਜਾਂ ਇਸ ਦੇ ਅੰਦਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ? ਫਾਈਨੈਂਸ਼ੀਅਲ ਐਡਵਾਈਜ਼ਰ ਜੇ ਤੁਸੀਂ ਲੌਂਗ ਸਟੋਰੀ ਸ਼ਾਰਟ ਵਿੱਚ ਇੱਕ ਸ਼ਬਦ ਵਿੱਚ ਦੱਸਿਆ ਜਾਏ ਤਾਂ ਉਹਨੂੰ ਡਾਕਟਰ ਬੋਲਦੇ ਹਾਂ, ਪਰ ਫਾਈਨੈਂਸ ਦੀ ਫੀਲਡ ਵਿੱਚ। ਓਕੇ। ਜਿਵੇਂ ਤੁਹਾਡਾ ਰਿਲੇਸ਼ਨਸ਼ਿਪ ਨੇ ਡਾਕਟਰ ਨਾਲ ਹੁੰਦਾ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਨੂੰ ਪੈਰ 'ਚ ਦਰਦ ਹੈ ਜਾਂ ਮੇਰਾ ਸਿਰ ਦਰਦ ਹੋ ਰਿਹਾ ਹੈ, ਅਤੇ ਡਾਕਟਰ ਕਹਿੰਦਾ ਭਈਆ ਤੁਹਾਡੀ ਹੈਰੀਡਿਟਰੀ ਹਿਸਟਰੀ ਕੀ ਹੈਗੀ ਹੈ, ਕਦੋਂ ਤੋਂ ਸ਼ੁਰੂ ਹੋਇਆ, ਉਹ ਤੁਹਾਡੀ ਕਾਈਂਡ ਆਫ ਛਿੱਲ ਲਾ ਦਿੰਦਾ। ਹੀ ਵਾਂਟਸ ਟੂ ਨੋ ਐਵਰੀਥਿੰਗ ਅਬਾਊਟ ਯੂ। ਬਿਲਕੁਲ ਬਿਲਕੁਲ, ਤਾਂ ਹੀ ਉਹਦਾ ਇਲਾਜ ਹੋਏਗਾ, ਤਾਂ ਹੀ ਉਹਦਾ ਇਲਾਜ ਹੋਏਗਾ। ਅਤੇ ਫਾਈਨੈਂਸ਼ੀਅਲ ਐਡਵਾਈਜ਼ਰ ਜੋ ਕਿ ਮੇਰਾ ਅਹੁਦਾ ਹੈ, ਉਹ ਵੀ ਇਸੇ ਤਰ੍ਹਾਂ ਹੈ। ਮੈਂ ਕਹਿੰਦੀ ਭਈਆ ਮੈਂ ਤੁਹਾਡੀ ਫਾਈਨੈਂਸ ਦੀ ਡਾਕਟਰ ਹਾਂ, ਮੇਰੇ ਤੋਂ ਕੁਛ ਨਹੀਂ ਛੁਪਾਉਣਾ। ਤੁਸੀਂ ਕਿੰਨਾ ਕਮਾਉਂਦੇ ਹੋ, ਕਿੰਨਾ ਤੁਹਾਡੀ ਸੇਵਿੰਗਸ ਹੈਗਾ ਹੈ, ਤੁਹਾਡੀ ਕਿੱਥੇ ਤੁਸੀਂ ਅੱਜ ਹੈਗੇ ਹੋ। I want to know everything, and the reason I say that ਕਿ ਜਦ ਤੱਕ ਮੈਨੂੰ ਪਤਾ ਨਹੀਂ ਚੱਲੇਗਾ ਕਿ ਤੁਹਾਡੇ ਖਾਤੇ ਵਿੱਚ 6 ਮਹੀਨੇ ਐਮਰਜੈਂਸੀ ਫੰਡਸ ਪਏ ਨੇ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਤੁਸੀਂ ਇਨਵੈਸਟ ਕਰੋ। ਰਾਈਟ। ਮੈਨੂੰ ਹੈਗਾ ਕਿ ਤੁਹਾਡੇ ਬੈਸਟ ਇੰਟਰਸਟ ਵਿੱਚ ਜੋ ਵੀ ਫਾਈਨੈਂਸ਼ੀਅਲ ਪਲੈਨਿੰਗ ਮੈਂ ਕਰਨੀ ਹੈ, ਤੁਹਾਡੇ ਬੈਸਟ ਇੰਟਰਸਟ ਵਿੱਚ ਕਰਨੀ ਹੈ। ਅਤੇ ਮੇਰੀ ਜਦੋਂ ਵੀ ਐਸੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਜੋ ਰਿਟਾਇਰਮੈਂਟ ਵਿੱਚ ਤੁਹਾਡੇ ਕੰਮ ਆਏ। ਐਗਜ਼ੈਕਟਲੀ। ਅਤੇ ਜਦੋਂ ਵੀ ਮੇਰੇ ਵਾਰਤਾਲਾਪ ਹੁੰਦੀ ਹੈ ਮੇਰੇ ਕਸਟਮਰਸ ਨਾਲ, ਅਤੇ ਮੇਰਾ ਘੰਟੇ 1.5 ਘੰਟੇ ਜਿੰਨੇ ਦੀ ਵੀ ਮੀਟਿੰਗ ਹੁੰਦੀ ਹੈ, ਮੇਰਾ ਇਹ ਹੁੰਦਾ ਕਿ ਦੇਖੋ ਜੀ, ਯੈਸ ਵੀ ਕੈਨ ਇਨਵੈਸਟ ਐਨੀਵੇਅਰ ਐਨੀ ਟਾਈਮ, ਬਟ ਲੈਟਸ ਸਟਾਰਟ ਫਰੋਮ ਸਕ੍ਰੈਚ। ਲੈਟਸ ਐਸਕ ਓਕੇ ਫਾਈਨੈਂਸ਼ੀਅਲ ਕਿੰਨਾ ਤੁਹਾਡਾ ਹੈਗਾ, ਕਿੱਥੇ ਤੁਸੀਂ ਆਪਣੇ ਆਪ ਨੂੰ 20 ਸਾਲਾਂ 30 ਸਾਲਾਂ ਵਿੱਚ ਦੇਖਦੇ ਹੋ, ਕਿੰਨੀ ਸੇਵਿੰਗਸ ਹੈਗੀ ਹੈ, ਕਿੰਨੀ ਤੁਹਾਡੀ ਰਿਸਕ ਟੋਲਰੈਂਸ ਹੈਗੀ ਹੈ। ਸੋ ਇਟਸ ਅ ਕੰਬੀਨੇਸ਼ਨ ਆਫ ਅ ਲੋਟ ਆਫ ਥਿੰਗਸ ਮਿਸਟਰ ਬਲਵਿੰਦਰ। ਪਰ ਜਦੋਂ ਕੋਈ ਰੀਅਲ ਏਸਟੇਟ ਵਿੱਚ ਇਨਵੈਸਟ ਕਰਨਾ ਚਾਹ ਰਿਹਾ ਜਾਂ ਫਿਰ ਸਟਾਕ ਵਿੱਚ ਇਨਵੈਸਟ ਕਰਨਾ ਚਾਹ ਰਿਹਾ, ਕਿਤੇ ਨਾ ਕਿਤੇ ਰਿਸਕ ਫੈਕਟਰ ਜ਼ਰੂਰ ਆਉਂਦਾ। ਉਸ ਰਿਸਕ ਫੈਕਟਰ ਨੂੰ ਤੁਸੀਂ ਕਵਰ ਕਿਵੇਂ ਕਰਦੇ ਹੋ? ਰਿਸਕ ਫੈਕਟਰ ਜਾਣਨਾ ਇਜ਼ ਐਕਚੁਅਲੀ ਜਦੋਂ ਸਾਡਾ ਮੀਟਿੰਗ ਹੁੰਦਾ ਹੈ, ਅਸੀਂ ਉਸ ਨੂੰ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ। ਠੀਕ ਹੈ, ਕਿਉਂਕਿ ਤੁਹਾਨੂੰ ਕੋਈ ਉਮਰ ਭਰ ਦੀ ਕਮਾਈ ਤੁਹਾਡੇ ਹੱਥਾਂ ਵਿੱਚ ਦੇ ਰਿਹਾ ਕਿ ਹਾਂ ਇਹ ਮੇਰੀ ਕਮਾਈ ਹੈ ਔਰ ਮੈਂ ਚਾਹਾਂਗਾ ਕਿਸੇ ਸਟਾਕ ਵਿੱਚ ਮਾਰਕੀਟ ਵਿੱਚ ਲਗਾਇਆ ਜਾਏ ਜਾਂ ਰੀਅਲ ਏਸਟੇਟ ਵਿੱਚ ਲਗਾਇਆ ਜਾਏ, ਕੋਈ ਪਲਾਟ ਲੈ ਕੇ ਬੈਠਾ ਹੈ। ਲੇਕਿਨ ਉਹ ਤੁਹਾਡੇ ਕੋਲ ਤਾਂ ਹੀ ਆਉਂਦਾ ਕਿ ਹਾਂ ਫਾਈਨੈਂਸ਼ੀਅਲੀ ਐਡਵਾਈਜ਼ਰ ਮੈਨੂੰ ਸਲਾਹ ਦੇਗਾ ਕਿ ਮੇਰਾ ਇਹ $1 ਮੇਰਾ $10 ਕਿਵੇਂ ਬਣਨਾ, $1 ਮੇਰਾ $10 ਕਿਵੇਂ ਬਣੇ। ਪਰ ਲੇਕਿਨ ਉਹਦਾ $1 ਵੀ ਡੁੱਬ ਜਾਏ ਤਾਂ ਵਿਚਾਰਾ ਕਿੱਥੇ ਜਾਏਗਾ? ਨਹੀਂ, ਹਰ ਬੰਦੇ ਦੀ ਪਰਸਨੈਲਿਟੀ ਡਿਫਰੈਂਟ ਹੁੰਦੀ ਹੈ, ਹਰ ਬੰਦੇ ਦਾ ਰਿਸਕ ਟੋਲਰੈਂਸ ਡਿਫਰੈਂਟ ਹੁੰਦਾ ਹੈ। ਕਈ ਆਉਂਦੇ ਨੇ ਕਹਿੰਦੇ ਆ $2 ਹੈਗੇ ਪਰ ਮੈਨੂੰ ਲੂਜ਼ ਨਹੀਂ ਕਰ ਸਕਦਾ। ਮੇਰਾ ਆਨਸਰ ਉਹਨਾਂ ਨੂੰ ਆਉਂਦਾ ਹੈ ਗੋ ਬੈਕ ਐਂਡ ਆਪਣੇ ਚੈਕਿੰਗ ਜਾਂ ਸੇਵਿੰਗ ਖਾਤੇ ਵਿੱਚ ਪਾ ਲਓ। ਤੁਸੀਂ ਇਨਵੈਸਟਮੈਂਟ ਵਾਸਤੇ ਨਹੀਂ ਹੋ, ਕਿਉਂਕਿ ਸਾਡੀ ਇਨਵੈਸਟਮੈਂਟ ਜਿਹੜੀ ਵੀ ਟਾਕਿੰਗ ਅਬਾਊਟ ਲਾਈਕ ਸਟਾਕ ਮਾਰਕੀਟ, ਰਾਈਟ? ਅਤੇ ਫਿਰ ਵੀ ਆਲਵੇਜ਼ ਲਾਈਕ ਐਵਰੀ ਪਰਸਨ ਵੈਰੀਜ਼।
ਤੇ ਕਈਆਂ ਦੀ ਰਿਸਕ ਟੋਲਰੈਂਸ ਜ਼ਿਆਦਾ ਹੁੰਦੀ ਹੈ ਕਿਸੇ ਨਾਲ, ਤੇ ਉਹ ਕਹਿੰਦੇ ਨੇ ਨਹੀਂ ਵੀ ਆਈ ਕੈਨ ਟੇਕ ਅ ਚਾਂਸ, ਮੈਂ ਜੇ ਡੁੱਬਦਾ ਹੈ ਸੋ ਵੀ ਨੋ ਕਿ ਉਹ ਥੋੜ੍ਹੇ ਹਾਇਰ ਰਿਸਕ ਟੋਲਰੈਂਸ ਹੈਗੇ, ਤੇ ਇਟ ਡਿਪੈਂਡਸ, ਬਟ ਐਟ ਦ ਐਂਡ ਆਫ ਦ ਡੇ ਉਹ ਜਾਣਨਾ ਸਾਡੇ ਲਈ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਰਿਸਕ ਟੋਲਰੈਂਸ ਕੀ ਹੈ, ਤਾਂ ਕਿ ਉਹਨਾਂ ਨੂੰ ਉਸੇ ਤਰ੍ਹਾਂ ਦੇ ਮੋਡਰੇਟ ਜਾਂ ਕੰਜ਼ਰਵੇਟਿਵ ਜਾਂ ਹਾਈ ਐਗਰੈਸਿਵ ਮਾਡਲ ਵਿੱਚ ਪਾਈਏ ਜਾਂ ਨਾ ਪਾਈਏ। ਅਗਰ ਭਾਰਤ ਦੇ ਅਸੀਂ ਕੰਪੈਰੀਜ਼ਨ ਕਰੀਏ USA ਨਾਲ, ਭਾਰਤ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਜ਼ਰੂਰ ਹੈਗੇ ਹੈ, ਬਟ ਉਹਨਾਂ ਦੀ ਵੈਲਿਊ ਉਸ ਤਰ੍ਹਾਂ ਨਹੀਂ ਪੈਂਦੀ, ਕਿਉਂਕਿ ਭਾਰਤ ਦੇ ਲੋਕ ਜ਼ਿਆਦਾਤਰ ਜਿਹੜੇ ਪੈਸੇ ਨੂੰ ਇਨਵੈਸਟ ਕਰਨ ਬਾਰੇ ਬਹੁਤ ਘੱਟ ਸੋਚਦੇ ਹੈ। इक्विटी फंड्स, स्टॉक मार्केट, बहुत घੱਟ ਲੋਕ हैं जो ਇਹਨਾਂ ਚੀਜ਼ਾਂ 'ਤੇ ਬਿਲੀਵ ਕਰਦੇ हैं, ਪਰ ਲੇਕਿਨ ਜਦੋਂ ਅਸੀਂ USA ਦੀ ਗੱਲ ਕਰਦੇ ਹਾਂ, ਇੱਥੇ ਕਿੰਨਾ ਤੁਹਾਨੂੰ ਲੱਗਦਾ ਕਿ ਪੈਸਾ ਜੇਬ ਵਿੱਚ ਹੋਣਾ ਚਾਹੀਦਾ ਜੋ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਜਾ ਸਕਦੇ ਹੋ ਪੈਸਾ ਇਨਵੈਸਟ ਕਰਨ ਦੇ ਲਈ? ਕਿਉਂਕਿ ਤੁਸੀਂ ਇੱਕ ਜ਼ਰੂਰ ਲਿਮਿਟ ਦੇਖਦੇ ਹੋਵੋਗੇ ਕਿ ਬੈਂਕ ਵਿੱਚ ਇੰਨਾ ਪੈਸਾ ਘੱਟੋ ਘੱਟ ਹੋਣਾ ਚਾਹੀਦਾ। ਰਾਈਟ, ਰੂਲ ਆਫ ਦ ਥੰਬ ਹੈਗਾ ਕਿ ਜੇ ਤੁਹਾਡੇ ਕੋਲ 6 ਮਹੀਨੇ ਦੀ, ਜੇ ਕੱਲ੍ਹ ਨੂੰ ਉੱਤੇ ਥੱਲੇ ਹੁੰਦਾ ਹੈ, ਜੌਬ ਜਾਂਦੀ ਹੈ, ਕੁਛ ਹੁੰਦਾ ਹੈ, ਕੋਵਿਡ ਅਸੀਂ ਦੇਖਿਆ ਗੁਜ਼ਰਿਆ, ਐਟਲੀਸਟ 6 ਮਹੀਨੇ ਦੀ ਕਮਾਈ ਤੁਸੀਂ ਅਲੱਗ ਤੋਂ ਰੱਖ ਦਿਓ, ਠੀਕ ਹੈ, ਟੱਚ ਨਹੀਂ ਕਰਨੀ, ਕੱਲ੍ਹ ਨੂੰ ਕੁਛ ਹੋਏ ਤੇ ਤੁਸੀਂ ਉਸ 'ਤੇ ਕਾਊਂਟ ਕਰ ਸਕੋ ਜੀ। ਉਸ ਤੋਂ ਇਲਾਵਾ ਫਾਈਨੈਂਸਿੰਗ ਅੱਜ ਕੱਲ੍ਹ ਔਨਲਾਈਨ ਟੂਲਸ ਬਹੁਤ ਹੋ ਗਏ ਨੇ ਜਿਹੜੇ ਕਿ ਬਿਲਕੁਲ $100 ਤੋਂ ਸ਼ੁਰੂ ਕਰ ਸਕਦੇ ਹੋ, ਕਈ ਡਾਲਰ ਸ਼ੁਰੂ ਕਰ ਸਕਦੇ ਹੋ, ਬਟ ਯੂਜੂਅਲੀ ਮੇਰੀ ਰੈਕਮੈਂਡੇਸ਼ਨ ਨੇ ਜੇ ਮਿਨੀਮਮ 10,000 ਹੈਗੇ ਹੈ ਤੁਹਾਡੇ ਕੋਲ, $10,000 ਤੇ ਤੁਸੀਂ ਸ਼ੁਰੂ ਕਰ ਸਕਦੇ ਹੋ, ਸ਼ੁਰੂ ਕਰ ਸਕਦੇ ਹੋ, ਰਿਸਕ ਲੈ ਸਕਦੇ ਹੋ, ਬਿਕੋਜ਼ ਦੋਜ਼ ਆਰ ਲੌਂਗ ਟਰਮ ਇਨਵੈਸਟਮੈਂਟਸ, ਰਾਈਟ। ਕਿਉਂਕਿ ਜੇ ਭਾਰਤ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਸੇਵਿੰਗ ਚੈਕਿੰਗ ਅਕਾਊਂਟ ਦਾ ਜਿਹੜਾ ਇੰਟਰਸਟ ਰੇਟ ਹੁੰਦਾ ਜ਼ਮੀਨ ਆਸਮਾਨ ਦਾ ਫਰਕ ਹੈ। ਇੱਥੇ ਪੁਆਇੰਟ ਕੁਛ ਸੈਂਟਸ ਮਿਲਦਾ ਹੈ, 0.01 ਸੇਵਿੰਗਸ ਅਕਾਊਂਟ, ਤੁਸੀਂ ਔਨਲਾਈਨ ਜਾ ਕੇ ਦੇਖ ਲਓ, ਮਤਲਬ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਆਪਣੀ ਹਾਰਡ ਵਰਕਿੰਗ ਇਨਕਮ ਉਹਦੇ ਵਿੱਚ ਪਾ ਰਹੇ ਹੋ, ਇਸ ਉਮੀਦ ਨਾਲ ਕੋਈ ਰਿਟਰਨ ਆਏਗਾ ਉਸ ਸੇਵਿੰਗ ਅਕਾਊਂਟ 'ਚ, ਆਨਸਰ ਹੋਏਗਾ ਨੋ। ਇਸੇ ਕਰਕੇ ਤੁਸੀਂ ਜ਼ਿਆਦਾ ਲੋਕੀ ਇੱਥੇ ਦੇਖਦੇ ਹੋ US ਵਿੱਚ ਜਿਹੜੇ ਕਿ ਇਨਵੈਸਟਮੈਂਟਸ 'ਚ ਬਿਲੀਵ ਕਰਦੇ ਨੇ। Obviously you have to be a risk taker, that's the main factor, but I totally agree with you, India ਦੀ ਮੈਂਟੈਲਿਟੀ ਤੇ ਇੱਥੇ ਦੀ ਮੈਂਟੈਲਿਟੀ ਦੇ ਲੋਕ ਬਹੁਤ ਡਿਫਰੈਂਸ ਹੈ। ਪਰ ਕਿਤੇ ਨਾ ਕਿਤੇ ਲੋਕਾਂ ਦੀ ਠੀਕ ਹੈ ਮੈਂਟੈਲਿਟੀ ਜ਼ਰੂਰ ਬਦਲੀ ਹੈ, ਪਰ ਲੋਕ ਇਹ ਜ਼ਰੂਰ ਦੇਖਦੇ ਨੇ ਕਿ ਹਾਂ ਸਾਡਾ ਪੈਸਾ ਸੇਫ ਰਹੇ। ਸੋ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਜਾਣਾ ਕਿੰਨੇ % ਔਰ ਇਹ ਹੋ ਜਾਂਦਾ, ਸੇਫ ਹੋ ਜਾਂਦਾ ਕਿ ਹਾਂ ਤੁਸੀਂ ਰਿਸਕ ਤਾਂ ਲੈ ਰਹੇ ਹੋ ਲੇਕਿਨ ਇੰਨਾ ਪੈਸਾ ਸੇਫ ਹੈ ਜਾਂ ਇੰਨਾ ਪੈਸੇ ਦਾ ਹੀ ਰਿਸਕ ਹੈ, ਜਾਂ ਤੁਸੀਂ 50-50 ਲੈ ਕੇ ਚੱਲਦੇ ਹੋ, ਸਰ ਨੁਕਸਾਨ ਹੋ ਸਕਦਾ ਉਸ ਤੋਂ ਬਾਅਦ ਮੇਰੀ ਕੋਈ ਗਾਰੰਟੀ ਨਹੀਂ। ਇਹ ਤੁਸੀਂ ਬਹੁਤ ਅੱਛਾ ਕੁਐਸਚਨ ਚੱਕਿਆ, ਕਿਉਂਕਿ ਫਾਈਨੈਂਸ਼ੀਅਲ ਐਡਵਾਈਜ਼ਰ ਕੋਈ ਗਾਰੰਟੀ ਨਹੀਂ ਲੈ ਸਕਦਾ, ਇਹ ਸਾਡੀ ਰੂਲ ਬੁੱਕ ਦਾ ਰੂਲ ਹੈਗਾ। ਜੇ ਤੁਸੀਂ 10,000 ਦੇ ਰਹੇ ਹੋ ਤਾਂ 10,000 ਡੁੱਬ ਸਕਦਾ ਹੈ। ਇਹ ਤੁਸੀਂ ਬੋਲਦੇ ਹੋ ਕਲਾਇੰਟ ਨੂੰ? ਯੈਸ, ਬੋਲਣਾ ਪੈਂਦਾ ਹੈ ਔਰ ਇਹ ਹਕੀਕਤ ਹੈਗੀ ਹੈ, ਕਿਉਂਕਿ ਤੁਸੀਂ ਜਦੋਂ ਮਾਰਕੀਟ 'ਚ ਓਬਵੀਅਸਲੀ ਵੀ ਹੈਵ ਟੂਲਸ, ਮੌਂਟੀ ਕਾਰਲੋ ਸਿਮੂਲੇਸ਼ਨਸ, 1000 ਟਰਾਇਲਸ ਅਸੀਂ ਕਰਦੇ ਹਾਂ, ਉਹਦੇ ਵਿੱਚ ਦੱਸਦਾ ਹੈ ਕਿ ਕਿੰਨਾ ਤੁਹਾਡਾ ਸਕਸੈਸ ਪ੍ਰੋਬੇਬਿਲਿਟੀ ਹੈਗੀ ਹੈ ਵਿਦਿਨ ਦੈਟ 20 ਈਅਰਸ ਜਿਹੜਾ ਤੁਸੀਂ ਮਨੀ ਇਨਵੈਸਟ ਕਰਨਾ ਚਾਹ ਰਹੇ ਹੋ। ਬਟ ਦੇਖੋ, ਜਿਵੇਂ ਡਾਕਟਰ ਕੁਛ ਨਹੀਂ ਛੁਪਾਉਂਦਾ ਆਪਣੇ ਪੇਸ਼ੈਂਟ ਨਾਲ, ਸਾਡਾ ਵੀ ਉਹੀ ਕੰਮ ਹੈ ਫਾਈਨੈਂਸ਼ੀਅਲ ਐਡਵਾਈਜ਼ਰ, ਅਸੀਂ ਕੁਛ ਨਹੀਂ ਛੁਪਾ ਸਕਦੇ। ਅਸੀਂ ਬਿਲਕੁਲ ਕਲੀਅਰਲੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਇਹ ਹੈਗਾ ਹੈ, you want to continue, you don't want to continue. At the end of the day, client ਜਿਹੜਾ ਸਾਡਾ ਕਸਟਮਰ ਹੈ ਉਹ ਡਿਸੀਜਨ ਬਣਾਉਂਦਾ ਹੈ, ਕਿਉਂਕਿ ਜੋ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਡਿਊਟੀ ਹੁੰਦੀ ਹੈ ਫਿਡੂਸ਼ਰੀ ਹੁੰਦੀ ਹੈ, ਠੀਕ ਹੈ। ਸਾਡਾ ਮੇਨ ਗੋਲ ਨਹੀਂ ਹੁੰਦਾ ਕਿ ਅਸੀਂ ਸੇਲ ਕਰਨੀ ਹੈ ਜਾਂ ਉਹ ਕਰਨਾ ਹੈ, ਨਹੀਂ, ਸਾਡਾ ਹੁੰਦਾ what is best for the client। ਤੇ ਬਿਲਕੁਲ ਅਸੀਂ ਬੋਲਦੇ ਹਾਂ ਇਹ ਤੁਹਾਡਾ 10,000 ਹੈ, ਬਿਲਕੁਲ ਡੁੱਬ ਸਕਦਾ ਹੈ। ਠੀਕ ਹੈ, ਇਹ ਤਾਂ ਗੱਲ ਰਹੀ ਫਾਈਨੈਂਸ਼ੀਅਲ ਸੈਕਟਰ ਦੀ। ਇੱਕ ਵਾਰੀ ਮੈਂ ਫਿਰ ਦੁਬਾਰਾ ਮਹਿਲਾਵਾਂ 'ਤੇ ਆਵਾਂਗਾ, ਕਿਉਂਕਿ ਜੋ ਤੁਹਾਡੀ ਲਾਈਫ ਰਹੀ ਹੈ, ਜਿਸ ਤਰ੍ਹਾਂ ਨਾਲ ਤੁਸੀਂ ਆਪਣੀ ਲਾਈਫ ਬਿਤਾਈ ਹੈ, ਅੱਜ ਵੀ ਕਈ ਮਹਿਲਾਵਾਂ ਨੇ ਅਸੀਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਉਹ ਅੱਗੇ ਵਧਣ ਦਾ ਬਾਰੇ ਸੋਚਦੀਆਂ ਨੇ। ਅਮਰੀਕਾ ਦੀ ਵੀ ਗੱਲ ਕਰੀਏ ਤਾਂ ਅਮਰੀਕਾ ਵਿੱਚ ਮੈਂ ਬਹੁਤ ਸਾਰੇ ਐਸੇ ਪਰਿਵਾਰਾਂ ਨੂੰ ਮਿਲਿਆ ਜਿਸ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਸਿਰਫ ਮੇਲ ਨੇ, ਮਰਦ ਨੇ। ਸੋ ਤੁਹਾਨੂੰ ਲੱਗਦਾ ਕਿ ਅੱਜ ਵੀ ਅਸੀਂ ਮਰਦ ਪ੍ਰਧਾਨ ਸਮਾਜ ਵਿੱਚ ਹੀ ਹਾਂ, ਕਿਉਂਕਿ ਔਰਤਾਂ ਨੂੰ ਉਹ ਹੱਕ ਸਿਰਫ ਕਹਿਣ ਦੀ ਗੱਲ, ਅਸੀਂ ਕਹਿ ਰਹੇ ਹਾਂ ਅਸੀਂ ਕਿ ਔਰਤਾਂ ਨੂੰ ਹੱਕ ਮਿਲ ਰਿਹਾ, ਬਰਾਬਰੀ ਦਾ ਦਰਜਾ ਮਿਲ ਰਿਹਾ, ਪਰ ਹਾਲੇ ਵੀ ਕਈ ਐਸੀਆਂ ਫੈਮਲੀਜ਼ ਨੇ ਜਿਨ੍ਹਾਂ ਵਿੱਚ ਔਰਤਾਂ ਸਿਰਫ ਘਰ ਦੇ ਕੰਮਕਾਜ ਵਿੱਚ ਹੀ ਰੁੱਝੀਆਂ ਹੋਈਆਂ। ਤੁਸੀਂ ਇੰਡੀਆ ਦੀ ਗੱਲ ਕਰ ਰਹੇ ਹੋ ਕਿ ਯੂਐਸ ਦੀ ਗੱਲ ਕਰ ਰਹੇ ਹੋ? ਇੱਥੇ ਦੀ ਗੱਲ ਕਰ ਰਹੇ ਹੋ, ਯੂਐਸਏ ਦੀ ਗੱਲ ਕਰ ਰਹੇ ਹੋ। ਓਕੇ, ਮੈਂ ਇੰਨਾ ਜ਼ਰੂਰ ਬੋਲਾਂ ਕਿ ਜੇ ਮੈਂ ਇੰਡੀਆ ਦਾ ਕੰਪੈਰੀਜ਼ਨ ਕਰਕੇ US ਵੱਲ ਦੇਖਾਂ, US ਵੱਧ ਰਿਹਾ ਹੈ। ਇੰਡੀਅਨ ਕਮਿਊਨਿਟੀ ਵਿੱਚ, ਪੰਜਾਬੀ ਕਮਿਊਨਿਟੀ ਵਿੱਚ ਔਰਤਾਂ ਆ ਰਹੀਆਂ ਨੇ। ਮੇਰੀ ਕੁਝ ਕਾਲੀਗਸ ਇੰਡੀਅਨ ਨੇ, ਪੰਜਾਬਣ ਨੇ ਕੰਮ 'ਤੇ, ਜਿਹੜੇ ਕਿ ਹਸਬੈਂਡ ਨਾਲ ਅਲੱਗ ਕੰਮ ਕਰਦੇ ਨੇ, ਆਪ ਅਲੱਗ ਕਰਦੇ ਨੇ, ਉਹਨਾਂ ਨੂੰ ਉਹ ਚਾਂਸ ਮਿਲ ਰਿਹਾ।
ਨਾਓ ਇਹ ਮੈਨੂੰ ਨਹੀਂ ਪਤਾ ਕਿਉਂਕਿ ਅਮਰੀਕਨ ਦੀ ਕਾਸਟ ਆਫ ਲਿਵਿੰਗ ਥੋੜੀ ਡਿਫਰੈਂਟ ਹੈ ਇੰਡੀਆ ਦੇ ਨਾਲ, ਤੇ ਉਹ ਆਰ ਦੇ ਫੋਰਸਡ ਟੂ ਵਰਕ ਔਰ ਦੇ ਆਰ ਵਰਕਿੰਗ ਫॉर ਐਜ਼ ਐਨ ਆਪਸ਼ਨ ਲਾਈਕ ਯੂ نو ਐਜ਼ ਐਨ ਇੰਜੋਇਮੈਂਟ, ਐਜ਼ ਐਨ ਐਂਟਰਟੇਨਮੈਂਟ, ਔਰ ਦੇ ਵਾਂਟ ਟੂ ਵਰਕ। ਤੇ ਡਿਫਰੈਂਟ ਚੀਜ਼ ਹੈ ਕਿ ਉਹ ਬਿਲ ਪੇ ਕਰਨ ਵਾਸਤੇ ਵਰਕ ਕਰ ਰਹੇ ਨੇ ਜਾਂ ਫਿਰ just because they like to get out of the house and socialize with people. ਨਹੀਂ ਚਲੋ ਇੱਕ ਕੱਟ ਹੋ ਗਿਆ, ਇਹ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਕਿ ਚਲੋ ਘਰ ਤੋਂ ਬਾਹਰ ਨਿਕਲੋ। ਤੁਸੀਂ ਜਦੋਂ ਘਰ ਤੋਂ ਬਾਹਰ ਨਿਕਲਦੇ ਹੋ 7-8 ਘੰਟੇ ਬਾਹਰ ਰਹਿੰਦੇ ਹੋ, ਡਿਫਰੈਂਟ ਲੋਕਾਂ ਨਾਲ ਮਿਲਦੇ ਹੋ, ਉਹਨਾਂ ਦੀ ਸੋਚ ਨਾਲ ਆਪਣੀ ਸੋਚ ਮਿਲਾਉਂਦੇ ਹੋ, ਤਾਂ ਕਿਤੇ ਨਾ ਕਿਤੇ ਤੁਹਾਨੂੰ ਆਜ਼ਾਦੀ ਦਾ ਹੱਕ ਮਿਲ ਰਿਹਾ। ਲੇਕਿਨ ਅੱਜ ਵੀ ਕਿਤੇ ਨਾ ਕਿਤੇ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਔਰਤਾਂ ਨੂੰ ਉਸ ਤਰ੍ਹਾਂ ਨਾਲ ਨਹੀਂ ਵੇਖਿਆ ਜਾ ਰਿਹਾ। ਅਸੀਂ ਜਦੋਂ ਬਰਾਬਰੀ ਦੀ ਗੱਲ ਕਰਦੇ ਹਾਂ ਕਿ ਨਹੀਂ ਮਹਿਲਾ ਨੂੰ ਮਰਦ ਦੇ ਬਰਾਬਰ ਹੱਕ ਮਿਲਣਾ ਚਾਹੀਦਾ ਹੈ, ਦੈਟ ਮੀਨਸ ਅਸੀਂ ਇਹ ਕਹਿ ਰਹੇ ਹਾਂ ਕਿ ਹੱਕ ਨਹੀਂ ਮਿਲ ਰਿਹਾ, ਤਾਂ ਹੀ ਅਸੀਂ ਹੱਕ ਦੀ ਗੱਲ ਕਰਦੇ ਹਾਂ। ਅਗਰ ਕਿਸੇ ਨੂੰ ਹੱਕ ਮਿਲ ਰਿਹਾ ਹੋਏ ਤਾਂ ਅਸੀਂ ਹੱਕ ਦੀ ਗੱਲ ਨਹੀਂ ਕਰਦੇ। ਰਾਈਟ ਇਹ ਤੇ ਮੈਂ ਬੋਲਾਂਗੀ ਭਲਿੰਦਰ ਜੀ, ਇਹ ਤੇ ਇੱਕ ਡਿਫਰੈਂਟ ਡਿਬੇਟ ਹੋ ਸਕਦਾ ਹੈ ਉਸ ਕਿਉਂਕਿ ਕਿੰਨਾ ਕੁਛ ਅਸੀਂ ਦੇਖ ਰਹੇ ਹਾਂ, ਕਾਫੀ ਚੀਜ਼ਾਂ ਬਦਲ ਵੀ ਗਈਆਂ ਨੇ ਪਰ ਬਹੁਤ ਜ਼ਿਆਦਾ ਇੰਪਰੂਵਮੈਂਟ ਚਾਹੀਦੀ ਹੈ, ਬੇਸ਼ੱਕ ਉਹ ਇੰਡੀਆ ਹੋਏ ਬੇਸ਼ੱਕ ਉਹ US ਹੋਏ। ਯੂ ਨੋ ਜਿਹੜੀ ਮੈਂਟੈਲਿਟੀ ਹੈ ਉਹ ਬੱਚੇ ਦੇ ਬੱਚੀ ਦੇ ਪੈਦਾ ਹੋਣ 'ਤੇ ਹੀ ਸ਼ੁਰੂ ਹੋਣੀ ਚਾਹੀਦੀ ਹੈ। ਜਿੱਦਾਂ ਕਿ ਨੋਰਿਸ਼ਮੈਂਟ ਆ ਰਹੀ ਹੈ ਪੈਰੈਂਟਸ ਤੋਂ, ਜੋ ਐਡਵਾਈਸ ਆ ਰਿਹਾ, ਜੇ ਉਹ ਸੋਲਿਡ ਆਏਗਾ ਨਾ ਤੇ ਅੱਗੇ ਤੱਕ ਸਾਡੀ ਜਨਰੇਸ਼ਨ ਜਿਹੜੀ ਹੈਗੀ ਆ ਪ੍ਰੋਗਰੈਸ ਕਰ ਸਕਦੀਆਂ। ਜੇ ਸਾਡਾ ਕੁੜੀਆਂ ਦਾ ਮਾਈਂਡ ਸੈਟ ਥੋੜ੍ਹਾ ਜਿਹਾ ਡਿਫਰੈਂਟ ਮੋਲਡ ਕੀਤਾ ਜਾਵੇ, ਯੂ ਨੋ ਐਜੂਕੇਸ਼ਨ ਵੱਲ, ਜਾਂ ਓਕੇ ਗਾਈਜ਼ ਔਰ ਮੈਨਸ ਆਰ ਨਾਟ ਓਨਲੀ ਦ ਬ੍ਰੈਡ ਵਿਨਰਸ, ਤੁਸੀਂ ਵੀ ਕੰਮ ਕਰ ਸਕਦੇ ਹੋ, ਤੁਸੀਂ ਵੀ ਕਰ ਸਕਦੇ ਹੋ। ਸੋ ਹਲੀਨ ਜ਼ਰੂਰ ਇੱਥੇ ਜਾਣਨਾ ਚਾਹਾਂਗਾ ਕਿਉਂਕਿ ਬੈਂਕਿੰਗ ਸੈਕਟਰ ਦੀ ਅਸੀਂ ਗੱਲ ਕੀਤੀ ਹੈ। ਇੱਕ ਵਾਰ ਫਿਰ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਮਹਿਲਾਵਾਂ ਅੱਜ ਵੀ USA ਵਿੱਚ ਮਾਂ ਪਿਓ ਵਿਆਹ ਤਾਂ ਦਿੰਦੇ ਨੇ ਆਪਣੀਆਂ ਧੀਆਂ ਨੂੰ, ਕਿਤੇ ਨਾ ਕਿਤੇ ਅੱਜ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਦੇ ਘਰਾਂ ਵਿੱਚ। ਤੁਸੀਂ ਅਮਰੀਕਾ ਨੂੰ ਬਹੁਤ ਨੇੜਿਓਂ ਦੇਖਿਆ ਔਰ ਕੌੜੇ ਮਿੱਠੇ ਤਜਰਬੇ ਵੀ ਹੈ ਤੁਹਾਡੇ। ਤੁਸੀਂ ਉਹਨਾਂ ਮਹਿਲਾਵਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ ਕਿ ਅਗਰ ਉਹਨਾਂ ਨੂੰ ਘਰ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਕਿੱਥੇ ਜਾਣ, ਕਿਸ ਦਾ ਦਰਵਾਜ਼ਾ ਖਟਖਟਾਣ? ਭਲਿੰਦਰ ਜੀ ਬਹੁਤ ਵਧੀਆ ਕੁਐਸਚਨ ਲੱਗਿਆ ਮੈਨੂੰ, ਤੁਸੀਂ ਪੁੱਛ ਰਹੇ ਹੋ। ਮੈਂ ਉਹਨਾਂ ਭੈਣਾਂ ਨੂੰ ਇਹ ਸਲਾਹ ਦਾਂਗੀ ਪਰ ਸਭ ਤੋਂ ਪਹਿਲਾਂ ਤੁਸੀਂ ਹਿੰਮਤ ਨਹੀਂ ਹਾਰਨੀ, ਹਿੰਮਤ ਨਹੀਂ ਹਾਰੋ ਜੀ। ਜਿਹੜੀ ਤੁਹਾਡੀ ਹਿੰਮਤ ਹੈ ਉਹ ਅੰਦਰੋਂ ਆਉਂਦੀ ਹੈ। ਪਹਿਲੇ ਤੁਸੀਂ ਸਭ ਤੋਂ ਪਹਿਲੀ ਚੀਜ਼ ਉਹ ਕਰੋ, ਤੁਸੀਂ ਆਪਣੇ ਆਪ ਨੂੰ ਕਲੈਕਟ ਕਰੋ, ਠੀਕ ਹੈ, ਤੇ ਹਿੰਮਤ ਨਾ ਹਾਰੋ ਜੀ। ਦੂਜੀ ਚੀਜ਼ ਮੈਂ ਕੁਝ ਜੇ ਸੁਜੈਸਟ ਕਰ ਸਕਾਂ ਇੱਧਰ ਦੇ ਗੁਰਦੁਆਰਿਆਂ ਵਾਸਤੇ, ਇਹ ਬਹੁਤ ਹੀ ਵਧੀਆ ਗੱਲ ਹੋ ਜਾਏਗੀ ਜੇ ਉਹ 5 ਕਮੇਟੀ ਬਣਾ ਸਕਣ ਇਸ ਤਰ੍ਹਾਂ ਦੀ ਔਰਤਾਂ ਲਈ, ਜਿਹੜੇ ਕਿ ਜਾ ਕੇ ਖੁੱਲ੍ਹ ਕੇ ਆਪਣੀ ਅੰਦਰਲੀ ਗੱਲਾਂ ਦੱਸ ਸਕਣ, ਆਪਣਾ ਗੁਬਾਰ ਕੱਢ ਸਕਣ, ਕੁਝ 5 ਮੈਂਬਰਾਂ ਦੀ ਕਮੇਟੀ ਬਣਾ ਸਕਣ। ਹਾਂਜੀ, ਜਿਵੇਂ ਤੇ ਉਸ ਕਮੇਟੀ ਵਿੱਚ ਜੇ ਪੋਸੀਬਲ ਹੋਵੇ ਤੇ ਕੁਝ ਔਰਤਾਂ ਨੂੰ ਪਾਈਏ ਕਿਉਂਕਿ ਕਨੈਕਸ਼ਨ ਟੂ ਕਨੈਕਸ਼ਨ, ਯੂ ਨੋ ਔਰਤ ਮਹਿਲਾ ਆਪਣੀ ਗੱਲ ਮਹਿਲਾ ਨੂੰ ਜ਼ਿਆਦਾ ਖੁੱਲ੍ਹ ਕੇ ਦੱਸ ਸਕਦੀ ਹੈ। ਐਗਜ਼ੈਕਟਲੀ। ਤੇ ਉਸ ਨਾਲ ਯੂ ਨੋ ਚਲੋ ਠੀਕ ਹੈ, ਗਾਈਡੈਂਸ ਮਿਲ ਸਕਦੀ ਹੈ, ਆਪਣਾ ਗੁਬਾਰ ਕੱਢ ਸਕਦੇ ਤੇ ਉਹਨਾਂ ਨੂੰ ਗਾਈਡ ਕਰ ਸਕਦੇ ਨੇ ਵੀ ਤੁਸੀਂ ਕਿੱਥੋਂ ਸ਼ੁਰੂਆਤ ਕਰੀਏ। ਕਈ ਵਾਰੀ ਕੀ ਹੁੰਦਾ, ਸਾਨੂੰ ਸਿਰਫ ਇੱਕ ਬੰਦਾ ਚਾਹੀਦਾ ਹੁੰਦਾ ਹੈ ਸਿਰਫ ਗੱਲ ਕਰਨ ਲਈ, ਆਪਣਾ ਗੁਬਾਰ ਕੱਢਣ ਲਈ, ਤੇ ਉਹ ਜੇ ਇਸ ਤਰ੍ਹਾਂ ਦਾ ਕੁਝ ਸਾਧਨ ਉਸ ਗੁਰਦੁਆਰਿਆਂ ਵਿੱਚ ਹੋਵੇਗਾ ਜਿੱਥੇ ਮਹਿਲਾ ਜਾ ਕੇ ਆਪਣੀ ਗੱਲਾਂ ਕਰ ਸਕਣ ਤੇ ਕੁਝ ਯੂ ਨੋ ਆਪਸ਼ਨਸ ਲੱਭ ਸਕਣ, ਮੇਰੇ ਹਿਸਾਬ ਨਾਲ ਉਹ ਵਧੀਆ ਹੋ ਜਾਏਗਾ। ਕਾਫੀ ਅੱਛੀ ਤੁਸੀਂ ਪੁਆਇੰਟ ਦੱਸਿਆ ਕਿ ਗੁਰਦੁਆਰਿਆਂ ਵਿੱਚ ਜੇਕਰ ਮੈਂ ਚਾਹਾਂਗਾ ਕਿ ਇਹ ਬੜੀ ਵਧੀਆ ਇੱਕ ਪੁਆਇੰਟ ਹੈ, ਜੇਕਰ ਸਾਡੇ ਕੋਈ ਵੀ ਗੁਰਦੁਆਰੇ ਮੈਂਬਰ ਇਹ ਸਭਾਨ ਇਹ ਸੁਣ ਰਹੇ ਹੋਣ ਤਾਂ ਬਹੁਤ ਅੱਛੀ ਹਲੀ ਨੇ ਸੁਜੈਸ਼ਨ ਦਿੱਤੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਗੁਰਦੁਆਰਿਆਂ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਗੁਰਦੁਆਰਿਆਂ ਵਿੱਚ ਮਹਿਲਾਵਾਂ ਦੀ ਇੱਕ ਅਜਿਹੀ ਕਮੇਟੀ ਬਣਾ ਦੇਣੀ ਚਾਹੀਦੀ ਹੈ, ਜੋ ਕਿ ਅਜਿਹਾ ਸੈੱਲ ਵੀ ਬਣਾ ਦੇਣਾ ਚਾਹੀਦਾ ਜੋ ਕਿ ਜਿਨ੍ਹਾਂ ਦੇ ਘਰ ਵਿੱਚ ਕੋਈ ਪ੍ਰੋਬਲਮ ਹੈ, ਚਾਹੇ ਉਹ ਮਰਦ ਨੂੰ ਪ੍ਰੋਬਲਮ ਹੈ ਜਾਂ ਔਰਤ ਨੂੰ ਪ੍ਰੋਬਲਮ ਹੈ ਜਾਂ ਬੱਚਿਆਂ ਨੂੰ ਲੈ ਕੇ ਕੋਈ ਪ੍ਰੋਬਲਮ ਹੈ, ਤਾਂ ਉਹ ਇੱਕ ਸੈੱਲ ਦੇ ਸਾਹਮਣੇ ਰੱਖ ਸਕਣ ਔਰ ਆਪਣੀ ਗੱਲ ਨੂੰ ਬਹੁਤ ਬਖੂਬੀ ਤਰੀਕੇ ਨਾਲ ਸਾਹਮਣੇ ਲਿਆ ਸਕਣ। ਸੋ ਹਲੀਨ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਮੈਨੂੰ ਲੱਗ ਰਿਹਾ ਕਿ ਅੱਜ ਦੇ ਇੰਟਰਵਿਊ 'ਚੋਂ ਮਹਿਲਾਵਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਤੁਸੀਂ ਰੋਲ ਮਾਡਲ ਵੀ ਹੋ ਉਹਨਾਂ ਮਹਿਲਾਵਾਂ ਦੇ ਲਈ ਜੋ ਸੋਚਦੀਆਂ ਨੇ ਕਿ ਸਿਰਫ ਘਰ ਵਿੱਚ ਹੀ ਬੈਠੇ ਰਹੋ, ਭਾਵੇਂ ਸਾਨੂੰ ਇਨਲੌਸ ਤੋਂ ਅਲੱਗ ਕਰ ਦਿੱਤਾ ਗਿਆ, ਸਾਡੇ ਮਾਂ ਪਿਓ ਦੂਰ ਬੈਠੇ ਨੇ, ਫਿਰ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ। ਮੈਨੂੰ ਲੱਗਦਾ ਹੈ ਕਿ ਉਹਨਾਂ ਔਰਤਾਂ ਲਈ ਤੁਸੀਂ ਇੱਕ ਰੋਲ ਮਾਡਲ ਹੋ। Really, salute to you. Thank you so much. Thank you, Balinder ji. Thank you. ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਹਲੀਨ ਕੌਰ ਜੋ ਆਪਣੇ ਦਮ ਤੇ ਅੱਜ 2022 ਵਿੱਚ ਇੱਕ ਬਹੁਤ ਹੀ ਅੱਛੇ ਬੈਂਕਿੰਗ ਸੈਕਟਰ ਵਿੱਚ ਬੜੇ ਅੱਛੇ ਅਹੁਦੇ ਤੇ ਕੰਮ ਕਰ ਰਹੇ ਨੇ। ਇਹਨਾਂ ਦੀ ਅਸੀਂ ਸਟੋਰੀ ਜ਼ਰੂਰ ਸੁਣੀ ਹੈ, ਇਹਨਾਂ ਦੀ ਕਹਾਣੀ ਆਪ ਬੀਤੀ ਜ਼ਰੂਰ ਇਹਨਾਂ ਨੇ ਦੱਸੀ ਹੈ ਕਿ ਕਿਸ ਤਰ੍ਹਾਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਕੇ ਅੱਜ ਇਹ ਸਿੱਖ ਹਾਈ ਫਲਾਇਰ ਬਣੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜ਼ਰੂਰ ਇਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ, ਉਹਨਾਂ ਔਰਤਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਜੋ ਸਮਝਦੇ ਨੇ ਕਿ ਸਿਰਫ ਉਹਨਾਂ ਲਈ ਅਗਰ ਕੋਈ ਚਾਰ ਦੀਵਾਰੀ ਘਰ ਹੀ ਹੈ। ਜੀ ਨਹੀਂ, ਪੂਰਾ ਦੁਨੀਆ ਤੁਹਾਡੇ ਲਈ ਹੈ, ਬਾਹਾਂ
ਖਿਲਾਰ ਕੇ ਤੁਹਾਡਾ ਸਵਾਗਤ ਕਰਨ ਲਈ ਤਿਆਰ ਹੈ, ਲੇਕਿਨ ਤੁਸੀਂ ਹਿੰਮਤ ਜ਼ਰੂਰ ਕਰਨੀ ਹੈ ਘਰ ਤੋਂ ਬਾਹਰ ਨਿਕਲਣ ਦੀ। ਸੋ ਬਹੁਤ ਬਹੁਤ ਸ਼ੁਕਰੀਆ ਸਿੱਖ ਹਾਈ ਫਲਾਰ ਵਿੱਚ ਮੇਰਾ ਸਾਥ ਦੇਣ ਦੇ ਲਈ। ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ। Thank you.